पीपीएससी का पेपर है जी, PSSB का पेपर है, चाहे पंजाब का जिहड़ा मर्जी पेपर है, ਤੁਹਾਨੂੰ वन लाइनर्स ਤਾਂ करने ही ਪੈਣਗੇ। नैब तहसीलदार कोऑपरेटिव इंस्पैक्टर ਦੇ ਵਿੱਚ ਮੈਂ ਵਾਰ-ਵਾਰ ਕਹਿ ਰਿਹਾ ਜੀ, ਆਪਣੀ ਹਰ ਵੀਡੀਓ ਦੇ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ वन ਲਾਈਨਰਸ ਦੇ ਉੱਤੇ ਮੈਕਸਿਮਮ ਫੋਕਸ ਕਰੋ। ਪੀਪੀਐਸਸੀ ਦੇ ਜਿੰਨੇ ਵੀ ਰੀਸੈਂਟਲੀ ਪੇਪਰ ਹੋਏ ਨੇ, ਮੈਨੂੰ ਉਮੀਦ ਹੈ ਤੁਸੀਂ ਕਰੰਟ ਅਫੇਅਰਸ ਦੇਖ ਲਏ ਹੋਣਗੇ ਤੇ ਮੈਕਸਿਮਮ ਵੇਟੇਜ ਤੁਸੀਂ ਦੇਖੀ ਹੋਏਗੀ वन ਲਾਈਨਰਸ ਦੀ ਹੀ ਹੈ। ਤਾਂ ਆਪਾਂ ਅੱਜ ਥੋੜੇ ਜਿਹੇ ਕੁਐਸਚਨਸ ਕਰਦੇ ਆ ਜਾਂ ਕਹਿ ਲਓ ਥੋੜਾ ਜਿਹਾ ਡਾਟਾ ਪੜ੍ਹਦੇ ਆ ਮਾਰਚ ਦੇ ਕਰੰਟ ਅਫੇਅਰਸ ਦਾ। देखो मार्च ਦੇ ਕਰੰਟ ਅਫੇਅਰਸ ਆਪਾਂ ਕਿੰਨੇ ਪੇजेस ਕਵਰ ਕਰਾਂਗੇ? ਸਿਰਫ 12 ਪੇजेस। ਤਾਂ ਇੰਨੇ ਕੁ ਪੜ੍ਹ ਲਓ, ਬਹੁਤ ਨੇ। वन ਲਾਈਨਰਸ ਜਿਹੜੇ ਹੈਗੇ ਨੇ ਇੰਨੇ ਕੁ ਬਹੁਤ ਨੇ। ਤਾਂ ਸਟਾਰਟ ਕਰਦੇ ਜੀ। ਸਭ ਤੋਂ ਪਹਿਲੀ ਹੈਗੀ ਹੈ ਨਿਊਜ਼ ਜਿਹੜੀ ਕਿ ਸਾਰਿਆਂ ਨੂੰ ਪਤਾ ਹੈ, ਇਹਦੇ ਉੱਤੇ ਆਪਾਂ ਨੂੰ ਟਾਈਮ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ, ਠੀਕ ਹੈ। ਥੋੜਾ ਜਿਹਾ ਇੱਥੇ ਫੋਕਸ ਕਰ ਲਓ ਵੀ 18th ਚੀਫ ਮਿਨਿਸਟਰ ਹੈ, ਤਾਂ ਕਈ ਵਾਰ ਜਲਦਬਾਜ਼ੀ 'ਚ ਗਲਤ ਹੋ ਸਕਦਾ ਹੈ, कई स्टूडेंट्स इस तरह के भी हो सकते हैं। तो थोड़ा जिहा याद रखियो भी 18वें चीफ मिनिस्टर है, ठीक है जी। बाकी सारी चीज़ां उम्मीद करता हूं पता ही होणगियां। इस टाइम दे उत्ते पंजाब दा गवर्नर बनवारी लाल पुरोहित है, ठीक है। तो तमिलनाडु तो सीगा पहला वो, हुण अपने पंजाब दा। नेक्स्ट न्यूज़ पढ़दे हैं जी। नेशनल फैमिली हेल्थ सर्वे ओडिशा बिकेम द टॉप स्टेट इन द लिस्ट ऑफ फुल इम्यूनाइजेशन इन इंडिया विद 90.5 कवरेज। ਤਾਂ ਇਹਦੇ ਵਿੱਚ ਇਹ ਹੈ ਕਿ ਰੀਸੈਂਟਲੀ ਕੋਈ ਸਰਵੇ ਹੋਇਆ ਹੋਵੇਗਾ ਜਿਹਦੇ ਵਿੱਚ ਓਡੀਸ਼ਾ ਪਹਿਲੇ ਨੰਬਰ ਤੇ ਹੈ। ਕੀ ਚੀਜ਼ ਹੈ ਕਿ ਪਹਿਲੀ ਐਜੀ ਸਟੇਟ ਹੈ ਜਾਂ ਟੌਪ ਤੇ ਐਜੀ ਸਟੇਟ ਹੈਗੀ ਹੈ ਜਿੱਥੇ ਫੁੱਲ ਇਮਿਊਨਾਈਜੇਸ਼ਨ ਹੈਗੀ ਹੈ। ਇਮਿਊਨਿਟੀ ਸਮਝਦੇ ਕੀ ਹੁੰਦੀ ਹੈ? ਇਮਿਊਨਾਈਜੇਸ਼ਨ ਸਮਝ ਲਓ ਵੀ ਬੰਦਿਆਂ ਨੂੰ ਜਿਹੜਾ ਹੈਗਾ ਬਿਮਾਰੀ ਨਾ ਹੋਵੇ, ਤਾਂ ਉਹਦੇ ਲਈ ਉਹਨੂੰ ਕੁਝ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ। ਸਮਝ ਲਓ ਇਮਿਊਨਿਟੀ ਕੀ ਹੁੰਦੀ ਹੈ? ਇਮਿਊਨਾਈਜੇਸ਼ਨ, ਠੀਕ ਹੈ ਜੀ। ਤਾਂ ਮਿਸ਼ਨ ਜਿਹੜਾ ਇੰਦਰਾਧਨੁਸ਼, ਤਾਂ ਇੱਥੋਂ ਇਹ ਚੀਜ਼ ਪਤਾ ਲੱਗਦੀ ਹੈ ਵੀ ਮਿਸ਼ਨ ਇੰਦਰਾਧਨੁਸ਼ ਇਜ਼ ਰਿਲੇਟਡ ਟੂ ਹੈਲਥ, ਠੀਕ ਹੈ ਜੀ। ਹੈਲਥ ਜਾਂ ਕਹਿ ਲਓ ਇਮਿਊਨਾਈਜੇਸ਼ਨ, ਠੀਕ ਹੈ ਜੀ। ਤਾਂ ਇਹ ਕੁਐਸਚਨ ਕਈ ਵਾਰ ਬਣ ਸਕਦਾ ਹੁੰਦਾ ਵੀ ਕੋਈ ਮਿਸ਼ਨ ਨਿਊਜ਼ ਚਾਹੀਦਾ ਤਾਂ ਤੁਹਾਨੂੰ ਡਾਇਰੈਕਟ ਪੁੱਛ ਸਕਦੇ ਆ ਵੀ ਕਿਸ ਚੀਜ਼ ਨਾਲ ਰਿਲੇਟਡ ਹੈਗਾ, ਤਾਂ ਇੱਥੋਂ ਆਪਾਂ ਨੂੰ ਇਹ ਚੀਜ਼ ਪਤਾ ਲੱਗਦੀ ਹੈ। नेक्स्ट है जी फ्रॉम पोलैंड, नाम काफी अच्छा है कैरोलिना बिलावास्का, तो प्रोनाउंसिएशन इसकी कुछ भी हो सकती है, एक बार तुम देख लियो। हैज वन द टाइटल ऑफ मिस वर्ल्ड 2021। तो ऑब्वियसली आने वाले सारे पेपरां दे विच ये न्यूज़ इंपॉर्टेंट रहेगी, चाहे ਤੁਹਾਡਾ पेपर जून ਚ ਹੋ ਰਿਹਾ ਚਾहे सितंबर ਚ ਹੋ ਰਿਹਾ, ये इंपॉर्टेंट ही रहेगी। तो एक बार देख लो ਇਹਨੂੰ, पोलैंड तो मिस वर्ल्ड 2021। उस तो बाद आएगा मनासा वाराणसी रिप्रेजेंटेड इंडिया एट द मिस वर्ल्ड 2021, ठीक है। ये तो थोड़ा सा फोकस कर लो, इतनी ज्यादा इंपॉर्टेंट नहीं है। ये नाम ऑब्वियसली इंपॉर्टेंट है, कैरोलिना पोलैंड तो, ठीक है जी। SpaceX एंड टेस्ला फाउंडर इलॉन मस्क टॉप्स इन ह्यूरन ग्लोबल रिच लिस्ट 2022। तो डायरेक्ट क्वेश्चन आ जाता भी कोई लिस्ट आई सी, ਉਹਦੇ ਵਿੱਚ ਟੌਪ ਕਿਸਨੇ ਕੀਤਾ ਹੈ। ਤਾਂ ਇਹਦੇ ਵਿੱਚ ਜਿਹੜਾ ਹੈਗਾ ਵੈਸੇ ਇਹ ਬੰਦਾ ਹੀ ਚੱਲ ਰਿਹਾ ਜੀ, ਨਿਊਜ਼ ਦੇ ਵੀ ਸਾਰਿਆਂ ਨੂੰ ਪਤਾ ਹੀ ਹੋਏਗਾ। ਉਸ ਤੋਂ ਬਾਅਦ ਦੇਖੋ ਪੀਪੀਐਸਸੀ ਜਾਂ ਵੈਸੇ ਪੇਪਰ 'ਚ ਕੁਐਸਚਨ ਕਿਸ ਤਰ੍ਹਾਂ ਦੇ ਆਉਂਦੇ ਨੇ, ਮੈਚ ਦਾ ਫੋਲੋਇੰਗ ਆ ਜਾਂਦੇ ਨੇ ਵੀ ਇੱਕ ਪਾਸੇ ਬੰਦੇ ਦਾ ਨਾਮ, ਦੂਜੇ ਪਾਸੇ ਕਿਹੜੀ ਫੀਲਡ ਨਾਲ ਰਿਲੇਟਡ ਹੈ, ਇਸ ਤਰ੍ਹਾਂ ਦੇ ਕੁਐਸਚਨ ਆਣਗੇ ਵੀ ਇੱਕ ਪਾਸੇ ਜਿਹੜਾ ਹੈਗਾ Amazon ਲਿਖਿਆ ਹੋਏਗਾ, ਦੂਜੇ ਪਾਸੇ ਇਲਨ ਮਸਕ, ਜੈਫ ਬੇਜ਼ੋਸ ਐਂਡ ਸੋ ਔਨ। ਤਾਂ ਇਸ ਤਰ੍ਹਾਂ ਦੇ ਕੁਐਸਚਨਸ ਕਾਫੀ ਵਾਰ ਆਏ ਹੋਏ ਨੇ ਜੀ ਪੀਪੀਐਸਸੀ ਦੇ ਵਿੱਚ, ਸਪੈਸ਼ਲੀ ਤੁਸੀਂ ਦੇਖ ਸਕਦੇ ਹੋ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਬੰਦੇ ਦੀ, ਜਿਹੜੇ ਖਾਸ ਬੰਦੇ ਹੈਗੇ ਨੇ ਰਿਨੋਨਡ ਬੰਦੇ, ਤੁਹਾਨੂੰ ਪਤਾ ਹੀ ਹੋਣਗੇ 10-12 ਹੀ ਨੇ, ਕਿਹੜੀ ਫੀਲਡਸ ਨਾਲ ਰਿਲੇਟਡ ਨੇ, ਕਿਹੜੀ ਉਹਨਾਂ ਦੀਆਂ ਕੰਪਨੀਆਂ ਨੇ, ਤਾਂ ਉਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਬਾਕੀ ਜਿਹੜਾ ਨੈਟ ਵਰਥ ਦਿੱਤਾ ਹੋਇਆ, ਇਸ ਤਰ੍ਹਾਂ ਦੇ ਸਟੈਟਸ ਹਮੇਸ਼ਾ ਇਗਨੋਰ ਕਰਨੇ ਹੁੰਦੇ ਨੇ, ਇਹਨਾਂ ਤੇ ਜ਼ਿਆਦਾ ਤੁਸੀਂ ਫੋਕਸ ਨਹੀਂ ਕਰਦਾ। ਤਾਂ ਇਥੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਇਲਨ ਮਸਕ ਦੀ ਕੰਪਨੀ ਹੈਗੀ ਹੈ SpaceX ਤੇ ਟੈਸਲਾ ਕਾਰ ਕੰਪਨੀ ਹੈ, ਤੇ SpaceX ਜਿਹੜੀ ਹੈਗੀ ਉਹ ਰਾਕੇਟ ਇੰਜਨ ਵਾਲੀ। ਉਸ ਤੋਂ ਬਾਅਦ ਜਿਹੜਾ ਹੈਗਾ Amazon ਕਿਹਦੀ ਹੈ ਜੀ? ਜੈਫ ਬੇਜ਼ੋਸ। ਤਾਂ ਰੀਸੈਂਟਲੀ ਇਹਦੇ ਵਿੱਚ ਕੀ ਹੋਇਆ ਜੀ Amazon ਦੇ ਵਿੱਚ? ਇਹਦਾ ਕੋਈ ਬੰਦਾ ਚੇਂਜ ਹੋਇਆ ਕਿ ਨਹੀਂ ਹੋਇਆ? CEO ਬਣਾਇਆ ਸੀਗਾ ਐਂਡੀ ਜੇਸੀ ਨੂੰ, ਮੈਂ ਵੀ ਪੜਿਆ ਹੋਵੇ ਜੀ। ਇਹਨੇ ਆਪਣਾ ਨੈਟਵਰਕ ਵੀ ਲਾਂਚ ਕੀਤਾ ਸੀ। ओके, अंबानी ऑक्यूपाइड द 9th रैंक। अंबानी ਦਾ ਜਿਹੜਾ ਹੈਗਾ ਜੀ 9th ਰੈਂਕ ਹੈਗਾ, ਮਤਲਬ ਇੰਡੀਆ ਚ ਜਿਹੜਾ ਹੈਗਾ ਪਹਿਲੇ ਨੰਬਰ ਤੇ ਹੈ। 3rd ਤੇ ਹੈਗਾ ਬਰਨਾਰਡ ਆਰਨੋਲਡ,
LVMH ਦਾ ਕੀ ਮਤਲਬ ਹੋਏਗਾ सर ਜੀ? ये तो वो है ब्रांड है ब्रांड है LV ब्रांड सुने जी? पर सुने ने LV दे मेन ਤਾਂ ठीक है। ਤਾਂ ਉਹ ਬ੍ਰਾਂਡ ਇਸ ਬੰਦੇ ਦਾ ਹੈਗਾ। ਤਾਂ ਇਸ ਬੰਦੇ ਬਾਰੇ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਪਰ ਅੱਜ ਤੋਂ ਬਾਅਦ ਪਤਾ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈਗਾ ਜੀ ਫੋਰਥ ਬਿਲ ਗੇਟਸ ਮਾਈਕਰੋਸਾਫਟ। ਤਾਂ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚੋਂ ਟੌਪ ਵਾਲਾ ਬੰਦਾ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਨੂੰ ਐਵੇਂ ਪਤਾ ਹੋਣਾ ਚਾਹੀਦਾ ਵੀ ਜੈਫ ਬੇਜ਼ੋਸ ਜਿਹੜਾ ਹੈਗਾ ਉਹਦੀ Amazon ਹੈ, ਬਿਲ ਗੇਟਸ ਦੀ ਮਾਈਕਰੋਸਾਫਟ ਨਾਲ ਰਿਲੇਟਡ ਹੈ, ਇਹ ਬੰਦਾ ਇਸ ਨਾਲ ਰਿਲੇਟਡ ਹੈ। ਬਸ ਇਹ ਚੀਜ਼ ਪਤਾ ਹੋਣੀ ਚਾਹੀਦੀ। India is ranked third in terms of the most number of billionaires population globally। ਅੱਛਾ ਜੀ, ਓਕੇ। ਤਾਂ ਇਹ ਕਾਫੀ ਇੰਪੋਰਟੈਂਟ ਹੈ ਜੀ। ਇੰਡੀਆ ਦੇ ਵਿੱਚ ਜਿਹੜੇ ਹੈਗੇ ਨੇ ਰਿਚੈਸਟ ਪਰਸਨ ਕਾਫੀ ਜ਼ਿਆਦਾ ਨਹੀਂ ਹੈ। ਕੀ ਇਹਦਾ ਮਤਲਬ ਇਹੀ ਹੈ? काफी ज्यादा तीसरे नंबर पे आ ਓਕੇ ਠੀਕ ਹੈ। ਚਲੋ ਤਾਂ ਉਮੀਦ ਕਰਦਾ ਜੀ ਸਮਝ ਆ ਗਈ ਹੋਗੀ ਕਿ ਨੰਬਰ ਆਫ ਬਿਲੀਅਨੇਅਰਸ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਨੇ ਪੋਪੂਲੇਸ਼ਨ। ਪਹਿਲੇ ਤੇ ਕੌਣ ਹੈ? USA। ਤਾਂ ਪਹਿਲੇ ਤੇ USA ਹੈ, ਦੂਜੇ ਤੇ ਚਾਈਨਾ। ਪਹਿਲੇ ਤੇ US ਹੈ ਜੀ, ਦੂਜੇ ਤੇ ਚਾਈਨਾ, ਤੀਜੇ ਤੇ ਆਪਣੀ ਇੰਡੀਆ ਹੈ। ਨੰਬਰ ਆਫ ਬਿਲੀਅਨੇਅਰਸ ਪੋਪੂਲੇਸ਼ਨ ਠੀਕ ਹੈ ਵੀ ਬੰਦੀ ਕਿਉਂਕਿ ਬਹੁਤ ਜ਼ਿਆਦਾ ਇੰਡੀਆ 'ਚ। ਤਾਂ ਚੱਕਰ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਇੰਡੀਆ ਬਹੁਤ ਰਿਚ ਹੈ। ਇਹਦਾ ਮਤਲਬ ਇਹ ਹੈ ਇਹਦਾ ਰੀਜ਼ਨ ਇਹ ਹੈ ਕਿ ਇੰਡੀਆ 'ਚ ਬੰਦੀ ਬਹੁਤ ਜ਼ਿਆਦਾ ਹੈ। ਤਾਂ ਜਿਵੇਂ ਹੁਣ ਉਹ 'ਚੋਂ ਮੰਨ ਲਓ ਇੱਥੇ 554 ਨੇ ਤਾਂ ਇੰਡੀਆ 400 ਤਾਂ ਹੋਣਗੇ। 400 नहीं है तो ਅਮੀਰ ਬੰਦੇ ਨਹੀਂ ये नेड़े नहीं है किधर इधर ਅਮੀਰ ਦੇ ਨਹੀਂ ਹੈ। ਨਹੀਂ, ਚਲੋ ਮੈਂ ਚੈੱਕ ਕਰ ਲਿਓ ਕਿ ਕਿੰਨੇ ਨੇ। richest person ਕਹਿ ਅਮੀਰ ਲਓ ਬੰਦੇ ਯਾਰ ਨੰਬਰ ਆਫ ਬਿਲੀਅਨੇਅਰ ਜਿਨ੍ਹਾਂ ਕੋਲ ਬਿਲੀਅਨ 'ਚ ਪੈਸੇ ਨੇ ਉਹ ਚੀਜ਼। The President of India Ram Nath Kovind has presented the third National Water Awards in New Delhi। ਤਾਂ ਨਿਊ ਦਿੱਲੀ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਅਵਾਰਡਸ ਦਿੱਤੇ ਨੇ। ਇਹਦੇ ਆਪਾਂ ਫੋਕਸ ਕਰ ਲੈਂਦੇ ਆ। ਇਨ ਦਾ ਬੈਸਟ ਸਟੇਟ ਕੈਟਾਗਰੀ ਇਹ ਇੰਪੋਰਟੈਂਟ ਹੈ ਜੀ, ਕਾਫੀ ਇੰਪੋਰਟੈਂਟ ਨਿਊਜ਼ ਹੈ। ਹੁਣ ਤਾਂ ਜਿੰਨੇ ਵੀ ਪੜ੍ਹ ਰਹੇ ਮੇਰਾ ਸਭ ਤੋਂ ਇੰਪੋਰਟੈਂਟ ਇਹੀ ਹੈ। ਤਾਂ ਇਹਦੇ ਵਿੱਚ ਕੀ ਹੈਗਾ ਜੀ? यूपी हैज बीन अवॉर्डेड द फर्स्ट प्राइज, सेकंड ਤੇ ਰਾਜਸਥਾਨ, ਥਰਡ ਤੇ ਤਾਮਿਲਨਾਡੂ। ਤਿੰਨੋਂ ਇੰਪੋਰਟੈਂਟ ਨੇ। ਆਬਵੀਅਸਲੀ ਨੈਸ਼ਨਲ ਵਾਟਰ ਅਵਾਰਡਸ ਨਾਮ ਤੋਂ ਕਲੀਅਰ ਹੈਗਾ ਵੀ ਜਿੱਥੇ ਵਾਟਰ ਦੀ ਯੂਜ਼ੇਜ ਵਧੀਆ ਹੋ ਰਹੀ ਹੈ, ਵਾਟਰ ਐਫੀਸ਼ੀਐਂਟਲੀ ਯੂਜ਼ ਹੋ ਰਿਹਾ ਹੈ। ਠੀਕ ਹੈ, ਵਾਟਰ ਦੀ ਐਫੀਸ਼ੀਐਂਸੀ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ, ਵਾਟਰ ਦੀ ਕੰਜ਼ਰਵੇਸ਼ਨ ਦੇ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ। ਮਤਲਬ ਪਾਣੀ ਵੱਲ ਬਹੁਤ ਜ਼ਿਆਦਾ ਫੋਕਸ ਕੀਤਾ ਜਾ ਰਿਹਾ ਹੈ। ਉੱਥੇ ਦੀ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਫੋਕਸ ਕਰ ਰਹੀ ਹੈ। ਠੀਕ ਹੈ ਜੀ। ਤਾਂ ਇੰਡੀਆ ਦੇ ਹੈਗੇ ਨੇ ਸਿਰਫ 166 ਬਿਲੀਅਨੇਅਰਸ। ਠੀਕ ਹੈ ਜੀ। ਜਿਵੇਂ ਆਪਾਂ ਨੇ USA ਦੇ ਪੜਿਆ 748, ਚਾਈਨਾ ਦੇ 554, ਉਵੇਂ ਇੰਡੀਆ ਦੇ ਸਿਰਫ 166 ਨੇ। ਪਰ ਫਿਰ ਵੀ ਇੰਡੀਆ ਥਰਡ ਨੰਬਰ ਤੇ ਹੈ। सर बाकी एक का ਚਲੋ ਠੀਕ ਹੈ, ਫਿਰ ਤਾਂ ਇੰਡੀਆ ਵਧੀਆ ਹੈ। ਹੁਣ ਇਹਦੇ ਵਿੱਚ ਯੂਪੀ ਪਹਿਲੇ ਨੰਬਰ ਤੇ ਹੈ, ਰਾਜਸਥਾਨ ਦੂਸਰੇ ਨੰਬਰ ਤੇ ਹੈ, ਤਾਮਿਲਨਾਡੂ ਤੀਸਰੇ ਨੰਬਰ ਤੇ ਹੈ। ਯਾਦ ਹੋ ਗਿਆ? ਚਲੋ ਇਨ ਦਾ ਬੈਸਟ ਡਿਸਟ੍ਰਿਕਟ ਕੈਟਾਗਰੀ, ਇਹ ਤੁਸੀਂ ਥੋੜਾ ਇਗਨੋਰ ਕਰ ਸਕਦੇ ਹੋ ਪਰ ਪੰਜਾਬ ਦਾ ਨਾਮ ਆ ਰਿਹਾ ਫਿਰ ਇਗਨੋਰ ਨਾ ਕਰੋ। ਠੀਕ ਹੈ। ਵੈਸੇ ਦੇਖੋ ਆਪਾਂ ਨੇ ਦੇਖਣਾ ਹੁੰਦਾ ਵੀ ਟੌਪ ਤੇ ਜਿਹੜਾ ਹੈਗਾ ਸਟੇਟ ਬਾਰੇ ਗੱਲ ਹੋ ਰਹੀ ਹੈ। ਠੀਕ ਹੈ, ਜਦੋਂ ਡਿਸਟ੍ਰਿਕਟਸ ਤੱਕ ਪਹੁੰਚ ਗਏ ਤੁਸੀਂ ਇਗਨੋਰ ਕਰ ਸਕਦੇ ਹੋ, ਪਰ ਜਿੱਥੇ ਪੰਜਾਬ ਦਾ ਨਾਮ ਆ ਗਿਆ ਆਬਵੀਅਸਲੀ ਫਿਰ ਤਾਂ ਨਹੀਂ ਕਰ ਸਕਦੇ ਜੀ। ਤਾਂ ਹੁਣ ਇੱਥੇ ਜਿਹੜਾ ਹੈਗਾ ਜੀ ਸ਼ਹੀਦ ਭਗਤ ਸਿੰਘ ਨਗਰ ਕਿਹੜਾ ਹੈ? SPS ਨਹੀਂ, ਨਵਾਂ ਸ਼ਹਿਰ SS ਨਗਰ ਨਵਾਂ ਸ਼ਹਿਰ। ਠੀਕ ਹੈ ਜੀ। ਤਾਂ ਇਹਦੇ ਵਿੱਚ ਬੈਸਟ ਡਿਸਟ੍ਰਿਕਟ ਅਵਾਰਡ ਫॉर ਦਾ ਨਾਰਥ ਜ਼ੋਨ ਮੁਜ਼ੱਫਰਨਗਰ ਜਿਹੜਾ ਕਿ ਯੂਪੀ ਚ ਹੈ ਤੇ ਆਪਣਾ ਨਵਾਂ ਸ਼ਹਿਰ। ਤਾਂ ਮੁਜ਼ੱਫਰਨਗਰ ਵੀ ਇੰਪੋਰਟੈਂਟ ਹੈ ਪਰ ਇਹ ਬਹੁਤ ਇੰਪੋਰਟੈਂਟ ਹੈ। zone was backed in the sense कि ऐसा भी मतलब यहाँ पे ਜ਼ੋਨ ਵਾਈਜ਼ ਨਾਰਥ ਜ਼ੋਨ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਤਾਂ ਬੈਸਟ ਡਿਸਟ੍ਰਿਕਟ ਜਿਹੜਾ ਹੈਗਾ ਉਹ ਇਹਨਾਂ ਨੂੰ ਮਿਲਿਆ। नहीं सर, हम ये पूछना चाह रहे हैं कि बेस्ट डिस्ट्रिक्ट का अवार्ड मिला किस लिए है कि क्या चीज है? ਆਹੀ ਪਾਣੀ ਵਾਲਾ पानी वाले ਪਾਣੀ ਵਾਲਾ ਹਾਂ, ਇਹ ਓਵਰਆਲ ਸਟੇਟ ਚ ਮਿਲਿਆ, ਇਹ ਡਿਸਟ੍ਰਿਕਟ ਵਾਈਜ਼ ਮਿਲਿਆ ਵੀ ਡਿਸਟ੍ਰਿਕਟ ਜਿਹਨੇ ਕਿਹਨੇ ਵਧੀਆ ਕੀਤਾ। ਤਾਂ ਇੱਥੇ ਜਿਹੜਾ ਹੈਗਾ ਬਹੁਤ ਵਧੀਆ ਇੱਥੇ ਐਡਮਿਨਿਸਟ੍ਰੇਸ਼ਨ ਹੋਈ ਹੋਈ ਪਾਣੀ ਨੂੰ ਲੈ ਕੇ ਕਾਫੀ ਇਨੀਸ਼ੀਏਟਿਵ पंजाब में पानी की हुई है ਹੋਏ ਹੋਣਗੇ ਜੀ। ਹੁਣ ਇੰਨਾ ਮੈਨੂੰ ਇਹਦੇ ਬਾਰੇ ਤਾਂ ਦੇਖੋ नहीं, जैसे आजकल तो न्यूज में SYL वाला ही ज्यादा चल रहा है ना न्यूज में। तो ਉਹ ਤਾਂ ਚਲੋ ਕੰਟਰੋਵਰਸੀ ਚੱਲ ਹੀ ਰਹੀ ਹੈ ਜੀ, ਉਹ ਤਾਂ ਕਾਫੀ ਸਾਲਾਂ ਤੋਂ ਚੱਲ ਰਹੀ ਹੈ। ਅੱਗੇ ਹੈਗਾ ਜੀ ਬੈਸਟ ਵਿਲੇਜ ਪੰਚਾਇਤ ਕੈਟਾਗਰੀ, ਇਹ ਚੀਜ਼ ਛੱਡ ਸਕਦੇ ਹੋ ਜ਼ਿਆਦਾ ਹੋ ਗਿਆ ਡਿਟੇਲਸ। ਉਸ ਤੋਂ ਬਾਅਦ ਹੈਗਾ ਇਨ ਬੈਸਟ ਇੰਡਸਟਰੀ, ਇਹਦੇ ਵਿੱਚ ਵੀ ਪੰਜਾਬ ਦਾ ਨਾਮ ਆ ਗਿਆ। ਓਕੇ, ਬੈਸਟ ਇੰਡਸਟਰੀਜ਼ ਕੈਟਾਗਰੀ ਤਾਂ ਟਰਾਈਡੈਂਟ ਕਿੱਥੇ ਹੈ ਜੀ ਪੰਜਾਬ ਦੇ ਵਿੱਚ? ਟਰਾਈਡੈਂਟ ਕੰਪਨੀ ਬਰਨਾਲੇ। ਕਾਹਦੀ ਕੰਪਨੀ ਹੈ? टेक्सटाइल ਟੈਕਸਟਾਈਲ ਕੱਪੜਿਆਂ ਦੀ।
India has improved its rank by 3 spots to acquire 136th position in the UN World Happiness Report for the year 2022। ਤਾਂ ਇਹਦੇ ਵਿੱਚ ਕੁੱਲ ਮਿਲਾ ਕੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਵਰਲਡ ਹੈਪੀਨੈਸ ਰਿਪੋਰਟ ਦੇ ਵਿੱਚ ਜਿਹੜਾ ਇੰਡੀਆ ਦਾ ਰੈਂਕ ਹੈਗਾ ਉਹ 136 ਹੈ, 136 ਹੈ। ਕੋਈ ਬਹੁਤ ਵਧੀਆ ਨਹੀਂ ਹੈ, ਆਬਵੀਅਸਲੀ ਬਹੁਤ ਵਧੀਆ ਬਿਲਕੁਲ ਨਹੀਂ ਜੀ, ਵਧੀਆ ਵੀ ਨਹੀਂ ਹੈ, ਮਾੜਾ ਹੀ ਹਾਲ ਹੈ। ਕਹਿਣ ਦਾ ਮਤਲਬ ਇਹ ਹੈ। ਉਸ ਤੋਂ ਬਾਅਦ ਇਹਦੇ ਵਿੱਚ ਹੈਗਾ ਜੀ ਜਿਹੜਾ ਵਰਲਡ ਹੈਪੀਨੈਸ ਰਿਪੋਰਟ ਹੁੰਦਾ ਉਹਨੂੰ ਪਬਲਿਸ਼ ਕਰਦੀ ਹੈ UNSDSN, ਯੂਨਾਈਟਿਡ ਨੇਸ਼ਨ ਸਸਟੇਨੇਬਲ ਡਿਵੈਲਪਮੈਂਟ ਸੋਲੂਸ਼ਨਸ ਨੈਟਵਰਕ। ਤਾਂ ਇਹ ਇੰਪੋਰਟੈਂਟ ਹੈ। ਰਿਪੋਰਟ ਦੇ ਵਿੱਚ ਕੀ ਹੁੰਦਾ ਹੈ, ਕੌਣ ਉਹਨੂੰ ਪਬਲਿਸ਼ ਕਰਦਾ ਹੈ ਇਹ ਪਤਾ ਹੋਣਾ ਚਾਹੀਦਾ ਹੈ, ਫਰਸਟ ਰੈਂਕ ਕਿਹਦਾ ਇਹ ਪਤਾ ਹੋਣਾ ਚਾਹੀਦਾ, ਤੇ ਇੰਡੀਆ ਦਾ ਕਿੰਨਾ ਰੈਂਕ ਹੈ ਇਹ ਪਤਾ ਹੋਣਾ ਚਾਹੀਦਾ। ਤਾਂ ਜਿਹੜਾ ਵਰਲਡ ਹੈਪੀਨੈਸ ਰਿਪੋਰਟ ਹੈਗੀ ਹੈ ਇਹਦੇ ਵਿੱਚ ਇੰਡੀਆ ਦਾ ਰੈਂਕ ਹੈਗਾ 136th ਤੇ ਅਫਗਾਨਿਸਤਾਨ ਉਹ ਛੱਡ ਦੋ, ਕਿਹਨੇ ਰਿਪੋਰਟ ਕੀਤੀ ਹੈ ਪਬਲਿਸ਼, ਯੂਨਾਈਟਿਡ ਨੇਸ਼ਨ ਸਸਟੇਨੇਬਲ ਡਿਵੈਲਪਮੈਂਟ ਸੋਲੂਸ਼ਨਸ ਨੈਟਵਰਕ ਦਿਸ। ਠੀਕ ਹੈ, ਦੇਖੋ ਇਹਦੇ ਵਿੱਚ ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਰਿਪੋਰਟਸ ਹੁੰਦੀਆਂ ਨੇ ਫਰਸਟ ਤੇ ਜਾਂ ਸੈਕੰਡ ਤੇ ਸ਼ੁਰੂ ਦੇ ਵਿੱਚ ਉਹੀ 4-5 ਕੰਟਰੀਜ਼ ਨੇ, ਜਿਵੇਂ ਡੈਨਮਾਰਕ ਹੋ ਗਈ, ਫਿਨਲੈਂਡ ਹੋ ਗਈ, ਸਵੀਡਨ ਹੋ ਗਈ। ਕਈ ਵਾਰ ਹੁੰਦਾ ਵੀ ਕੋਈ ਇਹੋ ਜਿਹੀ ਚੀਜ਼ ਆਈ ਨਹੀਂ ਤੇ US ਜਾਂ ਚਾਈਨਾ ਵਾਲੀ ਦੀ ਕੰਟਰੀ ਟੌਪ ਤੇ ਹੁੰਦੀ ਹੈ, ਵੈਸੇ ਉਹੀ ਹੁੰਦੀ ਹੈ। ਨਿਊਜ਼ੀਲੈਂਡ ਹੋ ਗਈ, ਡੈਨਮਾਰਕ ਹੋ ਗਈ, ਫਿਨਲੈਂਡ ਹੋ ਗਈ। ਮਤਲਬ ਕਰਪਸ਼ਨ ਸਭ ਤੋਂ ਘੱਟ ਕਿੱਥੇ ਹੈ, ਇਹਨਾਂ ਚੋਂ ਹੀ। ਕਦੇ ਨਿਊਜ਼ੀਲੈਂਡ ਚ ਹੁੰਦੀ ਹੈ, ਇਹਨਾਂ ਚੋਂ ਹੀ। ਵੀ ਕਿੱਥੇ ਹਮੇਸ਼ਾ ਸ਼ਾਂਤੀ ਬਣੀ ਜਾਂਦੀ ਹੈ, ਇਹਨਾਂ ਚੋਂ ਹੀ ਕੰਟਰੀਜ਼ ਹੁੰਦੀਆਂ। ਤਾਂ ਟੌਪ ਤੇ ਹਮੇਸ਼ਾ ਇਹਨਾਂ ਚੋਂ ਹੀ ਹੁੰਦੀਆਂ ਨੇ। ਠੀਕ ਹੈ, ਤਾਂ ਤੁਸੀਂ ਇਹ ਗੈਸ ਮਾਰਨਾ ਤਾਂ ਉਹ ਕੰਟਰੀਜ਼ ਚ ਹੀ ਹਮੇਸ਼ਾ ਲਾਣਾ। ਫਿਨਲੈਂਡ ਹੀ ਚੱਲ ਰਿਹਾ 2-3। ਹਾਂ, ਇਹਦੇ ਵਿੱਚ ਉਹੀ ਚੱਲਦਾ। ਲੋ ਜੀ, ਨੀਰਜ ਚੋਪੜਾ ਨੂੰ ਕੀ ਮਿਲ ਗਿਆ ਹੁਣ, ਸਪੋਰਟਸ ਸਟਾਰ ਆਫ ਦਾ ਈਅਰ ਅਵਾਰਡ ਐਟ ਦਾ 2022। ਇਹ ਕੋਈ ਅਵਾਰਡਸ ਮਿਲੇ ਨੇ ਰੀਸੈਂਟਲੀ। ਠੀਕ ਹੈ, ਤੇ ਇਹਦੇ ਵਿੱਚ ਜਿਹੜਾ ਹੈਗਾ ਨੀਰਜ ਚੋਪੜਾ ਨੂੰ ਸਪੋਰਟਸ ਸਟਾਰ ਆਫ ਦਾ ਈਅਰ ਮਿਲਿਆ। ਤਾਂ ਆਬਵੀਅਸਲੀ ਨੀਰਜ ਚੋਪੜਾ ਬਾਰੇ ਤੁਹਾਨੂੰ ਪਤਾ ਹੀ ਹੋਏਗਾ ਤੁਹਾਡਾ। ਠੀਕ ਹੈ, ਤਾਂ ਇਹ ਅਵਾਰਡ ਇਹਨੂੰ ਮਿਲਿਆ। weightlifter Mirabai Chanu, who claimed the silver medal, received the sports star of the year female। ਤਾਂ ਇੱਕ ਹੋ ਗਿਆ ਮੇਲ, ਇੱਕ ਹੋ ਗਈ ਫੀਮੇਲ। ਤਾਂ ਮੇਲ ਹੈਗਾ ਆਪਣਾ ਨੀਰਜ ਚੋਪੜਾ, ਫੀਮੇਲ ਹੈਗੀ ਮੀਰਾਬਾਈ ਚਾਨੂ। ਮੀਰਾਬਾਈ ਚਾਨੂ ਦੀ ਕਿਹੜੀ ਗੇਮ ਹੈ, ਵੇਟ ਲਿਫਟਿੰਗ। ਤੇ ਨੀਰਜ ਚੋਪੜਾ ਦੀ ਜੈਵਲਿਨ। From India, 6 airports have found a place among the best airports by size and region. Okay, by the Airports Council International in its airport service quality survey for the year this। ਹੁਣ ਦੇਖੋ ਜਦੋਂ ਇਹ ਜਿਹੀ ਚੀਜ਼ ਹੋਵੇ ਨਾ ਚੰਡੀਗੜ੍ਹ, ਇਹਦੇ ਵਿੱਚ ਤੁਸੀਂ ਇੰਨਾ ਕੁਝ ਨਹੀਂ ਯਾਦ ਕਰਨਾ। ਤੁਸੀਂ ਬਸ ਇਹ ਦੇਖੋ ਵੀ ਇਹ ਜਿਹੜੇ 에ਅਰਪੋਰਟਸ ਹੈਗੇ ਨੇ ਨਿਊਜ਼ 'ਚ ਹੈ ਕਿੱਥੇ ਕਿੱਥੇ ਨੇ। ਤਾਂ ਛਤਰਪਤੀ ਸ਼ਿਵਾਜੀ ਦਾ ਤੁਹਾਨੂੰ ਪਤਾ ਹੀ ਹੋਏਗਾ ਜੀ। ਇਹਦੇ ਵਿੱਚੋਂ ਡਾਊਟ ਆਉਂਦਾ ਹੈ 2 'ਚ, ਬਹੁਤ ਵਾਰ ਡਾਊਟ ਆਉਂਦਾ ਬੱਚਿਆਂ ਨੂੰ। ਇੱਕ ਹੈਗਾ ਇੰਦਰਾ ਗਾਂਧੀ, ਇੱਕ ਹੈਗਾ ਰਾਜੀਵ ਗਾਂਧੀ। ਠੀਕ ਹੈ, ਤਾਂ ਆਪਣੇ ਨੇੜੇ ਜਿਹੜਾ ਨਿਊ ਦਿੱਲੀ ਵਾਲਾ। ਤਾਂ ਤੁਸੀਂ ਇੱਕ ਚੀਜ਼ ਯਾਦ ਕਰ ਲਓ, ਦੂਜੀ ਆਪਣੇ ਆਪ ਯਾਦ ਰਹਿ ਜੂਗੀ। ਤਾਂ ਇੱਕ ਚੀਜ਼ ਤੇ ਫੋਕਸ ਕਰੋ, ਇੰਦਰਾ ਗਾਂਧੀ ਤੇ। ਠੀਕ ਹੈ ਜੀ, ਤਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈਗਾ ਨਿਊ ਦਿੱਲੀ। ਤਾਂ ਰਾਜੀਵ ਗਾਂਧੀ ਕਿੱਥੇ ਹੈ, ਹੈਦਰਾਬਾਦ। ਇਹ ਚੀਜ਼ ਯਾਦ ਰੱਖੋ, ਕਾਫੀ ਵਾਰ ਡਾਊਟ ਆਉਂਦਾ। ਬਾਕੀ ਇਹ ਤਾਂ ਦੇਖੋ ਸਰਦਾਰ ਵੱਲਭ ਭਾਈ ਪਟੇਲ ਚ ਡਾਊਟ ਆਏਗਾ ਹੀ ਨਹੀਂ, ਅਹਿਮਦਾਬਾਦ ਚ ਹੀ ਹੈਗਾ। ਉਸ ਤੋਂ ਬਾਅਦ ਕੋਚੀਨ ਜਿਹੜਾ ਹੈਗਾ ਉਹ ਕੋਚੀਨ ਚ ਹੀ ਹੈਗਾ। ਚੰਡੀਗੜ੍ਹ ਚ ਹੀ ਹੈਗਾ। ਪ੍ਰੋਬਲਮ ਇਹ ਛਤਰਪਤੀ ਸ਼ਿਵਾਜੀ ਵੀ ਸਾਰਿਆਂ ਨੂੰ ਪਤਾ ਹੁੰਦਾ ਹੈ, ਪ੍ਰੋਬਲਮ ਇਹ ਦੋਨਾਂ ਚ ਹੀ ਆਉਂਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਨੇ ਸਿਰਫ ਇੰਦਰਾ ਗਾਂਧੀ ਵਾਲਾ ਯਾਦ ਕੀਤਾ। ਕੁੱਲ ਮਿਲਾ ਕੇ ਸਾਰੇ 에ਅਰਪੋਰਟਸ ਚ ਸਿਰਫ ਆਪਾਂ ਨੇ ਨਿਊ ਦਿੱਲੀ ਤੇ ਨਿਊ ਦਿੱਲੀ ਵਾਲਾ ਇੰਦਰਾ ਗਾਂਧੀ ਯਾਦ ਕੀਤਾ। ਠੀਕ ਹੈ, ਤਾਂ ਇਹ ਨਿਊਜ਼ ਹੈਗੇ ਨੇ, ਉਹ ਪਤਾ ਹੋਣੇ ਚਾਹੀਦੇ ਨੇ। ਕਈ ਵਾਰ ਡਾਇਰੈਕਟ ਕੁਐਸਚਨ ਆ ਜਾਊਗਾ ਵੀ ਇਹ ਜਿਹੜਾ ਹੈਗਾ 에ਅਰਪੋਰਟ ਕਿੱਥੇ ਹੈ। 23 ਮਾਰਚ ਨੂੰ ਆਪਾਂ ਮਾਰਟਾਇਰਸ ਡੇ ਆਬਜ਼ਰਵ ਕਰਦੇ ਹਾਂ ਜੀ। ਤਾਂ ਇਹਦੇ ਵਿੱਚ ਜਿਹੜਾ ਹੈਗਾ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਕਿਉਂ ਕਰਦੇ ਆ, ਡੈਥ ਆਫ ਦਾ ਫਰੀडम ਫਾਈਟਰਸ। ਤਾਂ ਇਹ ਸੀਗੇ। ਠੀਕ ਹੈ ਜੀ, ਉਸ ਤੋਂ ਬਾਅਦ 30 ਜਨਵਰੀ ਨੂੰ ਮਾਰਟਾਇਰਸ ਡੇ ਜਾਂ ਸ਼ਹੀਦ ਦਿਵਸ ਕਿਉਂ ਹੁੰਦਾ ਹੈ, ਮਹਾਤਮਾ ਗਾਂਧੀ ਅਸੈਸੀਨੇਸ਼ਨ। ਠੀਕ ਹੈ, ਤਾਂ 30 ਜਨਵਰੀ ਨੂੰ ਜਿਹੜਾ ਹੈਗਾ ਮਹਾਤਮਾ ਗਾਂਧੀ ਜੀ, 23 ਮਾਰਚ ਨੂੰ। ਆਰਬੀਆਈ ਨੇ ਜਿਹੜਾ ਹੈਗਾ ਜੀ 2 ਇਨੀਸ਼ੀਏਟਿਵ ਰਿਲੇਟਡ ਟੂ ਡਿਜੀਟਲ ਪੇਮੈਂਟ ਲਾਂਚ ਕੀਤੇ ਨੇ। ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਰਹੇਗਾ ਅੱਜ ਦਾ। UPI 1 2 3 ਪੇ। UPI ਕੀ ਹੁੰਦਾ ਜੀ, ਫੁੱਲ ਫਾਰਮ ਯੂਨੀਫਾਈਡ ਪੇਮੈਂਟ ਇੰਟਰਫੇਸ।
ਤਾਂ ਇਹਨਾਂ ਨੇ ਇੱਕ ਕੀਤਾ UPI 123 Pay which provides a UPI payment facility on feature phones, and the second is Digi Sathi which is a 24/7 helpline for digital payment। ਹੁਣ ਦੇਖੋ ਇਹ ਜੋ क्वेश्चन ਕਿਵੇਂ ਆਏਗਾ। क्वेश्चन इस तरह ही आएगा कि RBI ने एक ऐप लॉन्च की है, RBI ने एक इनिशिएटिव लिखता है, केड़ा लिखता है, तो ऑप्शंस आएंगे UPI इथे 1 2 3 इस जगह पे कुछ भी पा सकते हैं। ਤੁਹਾਨੂੰ UPI 1 2 3 पे ਬਾਰੇ ਡਿਟੇਲਸ ਕਦੇ ਨਹੀਂ ਪੁੱਛਿਆ ਜਾਊਗਾ ਵੀ ਇਹ ਕਿਵੇਂ ਵਰਕ ਕਰਦਾ ਹੈ, ਇਹਦੇ ਕੀ ਬੈਨੀਫਿਟਸ ਨੇ, ਇਹਦੇ ਵਿੱਚ ਕੀ ਪ੍ਰੋਬਲਮਸ ਆ ਸਕਦੀਆਂ। ਇਸ ਤਰ੍ਹਾਂ ਦਾ ਕੁਐਸਚਨ ਕਦੇ ਨਹੀਂ ਆਏਗਾ, ਡਾਇਰੈਕਟ ਕੁਐਸਚਨ ਹੀ ਆਉਂਦਾ ਹੈ ਵੀ RBI ਨੇ ਲਾਂਚ ਕੀਤਾ, ਇਹਨਾਂ ਚੋਂ ਕਿਹੜਾ ਕੀਤਾ, ਜਾਂ ਕਹਿਣਗੇ ਕਿਉਂ ਕੀਤਾ, ਤਾਂ ਫੀਚਰ ਫੋਨਸ ਵਾਸਤੇ ਕੀਤਾ ਵੀ ਜੇ UPI ਪੇਮੈਂਟ ਆਪਾਂ ਨੇ ਫੀਚਰ ਫੋਨਸ ਦੇ ਉੱਤੇ ਕਰਨੀ ਹੈ, ਮਤਲਬ ਸਿੰਪਲ ਫੋਨਸ ਦੇ ਉੱਤੇ ਕਰਨੀ ਹੈ ਤਾਂ ਆਪਾਂ ਕਰ ਸਕਦੇ ਹਾਂ। सिमिलरली उन्होंने एक Digi Sathi लॉन्च किया है जेड़ा कि मान लो तुसी हुण कोई डिजिटल पेमेंट कर रहे हो, ऑनलाइन पेमेंट कर रहे हो, ਤੁਹਾਨੂੰ ਕੋਈ ਇਸ਼ੂ ਆ ਗਿਆ, ਤੁਹਾਨੂੰ ਉਹਦਾ ਸੋਲੂਸ਼ਨ ਨਹੀਂ ਪਤਾ, ਤਾਂ ਆਪਾਂ ਕੀ ਕਰਦੇ ਨਾਲ ਦੇ ਤੋਂ ਪੁੱਛ ਲੈਂਦੇ ਆ। ਕਈ ਵਾਰ ਜੇ ਨਾਲ ਦੇ ਨਹੀਂ ਨੇ ਤਾਂ ਕਿਸ ਤੋਂ ਪੁੱਛੋਗੇ, ਤਾਂ ਤੁਸੀਂ ਇਸ ਤੋਂ ਪੁੱਛ ਸਕਦੇ ਹੋ, ਹੈਲਪਲਾਈਨ। ਠੀਕ ਹੈ, ਤੁਹਾਨੂੰ ਇਹ ਟ੍ਰਾਂਜੈਕਸ਼ਨ ਦੇ ਟਾਈਮ ਤੇ ਜਾਂ ਕੋਈ ਵੀ ਡਿਜੀਟਲ ਤੁਸੀਂ ਕੁਝ ਕਰ ਰਹੇ ਹੋ ਤਾਂ ਉਸ ਟਾਈਮ ਦੇ ਉੱਤੇ ਤੁਸੀਂ ਹੈਲਪ ਲੈ ਸਕਦੇ ਹੋ। ਤਾਂ ਉਹਦਾ ਨਾਮ ਹੈਗਾ Digi Sathi ਤੇ ਉਹਦਾ ਨਾਮ ਹੈਗਾ UPI 123 Pay। 123 Pay ਨਾਲ ਜਿਹੜਾ ਹੈਗਾ ਤੁਸੀਂ ਕਿਸੇ ਵੀ ਫੋਨ ਤੋਂ ਆਨਲਾਈਨ ਟ੍ਰਾਂਜੈਕਸ਼ਨ ਕਰ ਸਕਦੇ ਹੋ। ਉਸ ਤੋਂ ਬਾਅਦ ਹੈਗਾ RBI has stopped Paytm Payment Bank from accepting new customers because it broke the law। ਤਾਂ ਕੁੱਲ ਮਿਲਾ ਕੇ ਇਹ ਜਿਹੜਾ ਹੈਗਾ ਚੱਲਦਾ ਰਹਿੰਦਾ ਜੀ, ਕਿਸੇ ਨਾ ਕਿਸੇ ਬੈਂਕ ਦੇ ਉੱਤੇ ਪਾਬੰਦੀਆਂ ਲੱਗਦੀਆਂ ਰਹਿੰਦੀਆਂ ਨੇ। ਜਿੱਦਾਂ ਹੀ RBI ਨੂੰ ਲੱਗਦਾ ਹੈ ਵੀ ਇਹ ਬੈਂਕ ਸਹੀ ਪਰਫਾਰਮ ਨਹੀਂ ਕਰ ਰਿਹਾ, NPA ਇਹਨਾਂ ਦਾ ਵੱਧ ਰਿਹਾ, ਕੋਈ ਇਹ ਰੂਲਸ ਬ੍ਰੇਕ ਕਰ ਰਿਹਾ, ਕੁਝ ਵੀ ਇਸ ਤਰ੍ਹਾਂ ਦੇ ਇਸ਼ੂਸ ਹੁੰਦੇ ਨੇ, ਤਾਂ ਉਹ ਨਾਲ ਦੀ ਨਾਲ ਜਿਹੜਾ ਹੈਗਾ ਉਸ ਦੇ ਉੱਤੇ ਪਾਬੰਦੀਆਂ ਲਾ ਦਿੰਦਾ ਹੈ। ਤਾਂ ਰੀਸੈਂਟਲੀ ਜਿਹੜਾ ਹੈਗਾ Paytm ਪੇਮੈਂਟ ਬੈਂਕ ਦੇ ਉੱਤੇ ਉਹਨੂੰ ਕਿਹਾ ਵੀ ਸਟਾਪ ਕਰੋ, ਵੀ ਉਹ ਜਿਹੜਾ ਨਵੇਂ ਕਸਟਮਰ ਅਸੈਪਟ ਨਹੀਂ ਕਰ ਸਕਦਾ। ਹੁਣ ਉਹਦੇ ਕੀ ਰੀਜ਼ਨਸ ਹੈ ਉਹ ਡਿਟੇਲਸ ਕਦੇ ਨਹੀਂ ਜਾਣਾ ਚਾਹੀਦਾ। क्वेश्चन इस तरह आ सकता है, वैसे क्वेश्चन पंजाब के पेपर च ਇਹੋ ਜਿਹਾ ਘੱਟ ਹੀ ਆਉਂਦਾ, ਬੈਂਕਿੰਗ ਜ਼ਰੂਰ ਆਉਂਦਾ। क्वेश्चन इस तरह ही आऊगा भी RBI ने ਰੀਸੈਂਟਲੀ ਕਿਹੜੇ ਬੈਂਕਸ ਦੇ ਉੱਤੇ ਜਿਹੜਾ ਹੈਗਾ ਪਾਬੰਦੀਆਂ ਲਾਈਆਂ ਨੇ, ਤਾਂ ਉਹ ਹੈਗਾ ਆਪਣਾ Paytm ਪੇਮੈਂਟ ਬੈਂਕ। ਉਸ ਤੋਂ ਬਾਅਦ ਹੈਗਾ ਦੇਖੋ क्वेश्चन ਤੁਹਾਨੂੰ ਇਹ ਵੀ ਆ ਸਕਦਾ ਵੀ ਜਿਵੇਂ ਆਪਾਂ ਜਨਰਲ ਲੈਕਚਰਸ ਦੇ ਵਿੱਚ ਪੜਾਂਗੇ ਇਕਨੋਮਿਕਸ ਦੇ ਵੀ Paytm ਆਪਣਾ ਪੇਮੈਂਟ ਬੈਂਕ ਕੀ ਹੁੰਦੇ ਨੇ, ਸਿਮਿਲਰਲੀ ਨਾਨ ਬੈਂਕਿੰਗ ਫਾਈਨੈਂਸ ਕੰਪਨੀਆਂ ਕੀ ਹੁੰਦੀਆਂ ਨੇ, ਤਾਂ ਤੁਹਾਨੂੰ NBFC ਤੇ ਪੇਮੈਂਟ ਬੈਂਕ ਪਤਾ ਹੋਣੇ ਚਾਹੀਦੇ। ਇਹ ਆਪਾਂ ਜਨਰਲ ਲੈਕਚਰਸ ਦੇ ਵਿੱਚ ਕਰਦੇ ਹਾਂ। ਉਸ ਤੋਂ ਬਾਅਦ ਹੈਗਾ ਆਪਣਾ RBI has released the framework for geotagging of payment system touch points। Geotagging of payment system touch points will enable proper monitoring of the availability of payment acceptance infrastructure। एक ही चीज है जी, ਹੁਣ एक कोई टेक्नोलॉजी एडवांस ਕੀਤੀ ਹੈ ਇਹਨਾਂ ਨੇ, ਇਹਦੇ ਵਿੱਚ जियो टैगिंग, वैसे ਤੁਸੀਂ जियो टैगिंग सुनी है थोड़ी बहुत? जियो टैगिंग ਕੀ ਹੁੰਦੀ ਹੈ? जियो मतलब लोकेशन, लोकेशन ਦੇ ਅਕੋਰਡਿੰਗ ਕਿਸੇ ਚੀਜ਼ ਦੇ ਉੱਤੇ ਟੈਗ ਲਾ ਦੇਣਾ। जियो टैगिंग ਦਾ ਇੱਕ ਜਨਰਲ ਟਰਮ ਹੈ ਨਾ, ਕਿਤੇ ਵੀ ਯੂਜ਼ ਹੋ ਸਕਦੀ ਹੈ। ਮੰਨ ਲਓ ਮੈਨੂੰ ਪਤਾ ਲੱਗ ਗਿਆ ਵੀ XYZ ਕੋਈ ਚੀਜ਼ ਹੈਗੀ ਹੈ, ਇਹ ਪਟਿਆਲੇ ਦੀ ਹੈ, ਤਾਂ ਉਹਦੇ ਉੱਤੇ ਮੈਂ ਪਟਿਆਲਾ ਟੈਗ ਲਾ ਦੂੰਗਾ। ਤਾਂ ਲੋਕੇਸ਼ਨ ਦੇ ਅਕੋਰਡਿੰਗ ਕਿਸੇ ਚੀਜ਼ ਦੇ ਉੱਤੇ ਟੈਗ ਲਾਣਾ ਜਿਓ ਟੈਗਿੰਗ ਦੀ ਜਨਰਲ ਟਰਮ ਹੈ, ਉਹ ਮੈਂ ਤੁਹਾਨੂੰ ਉਹ ਚੀਜ਼ ਸਮਝਾ ਰਿਹਾ। ਹੁਣ ਉਰੇ ਦੇਖਦੇ ਹਾਂ ਕੀ ਕਹਿ ਰਿਹਾ ਹੈ। ਇਹਨੇ ਇੱਕ ਤਰੀਕਾ ਲੱਭਿਆ ਪੇਮੈਂਟ ਸਿਸਟਮ ਟੱਚ ਪੁਆਇੰਟਸ ਦਾ, ਵੀ ਪੇਮੈਂਟ ਕਿੱਥੋਂ ਹੋਈ ਹੈ, ਕਿੱਥੇ ਹੋਈ ਹੈ, ਉਹ ਚੀਜ਼ ਪਤਾ ਲਾਉਣ ਦੇ ਲਈ ਹੈ ਬੇਸਿਕਲੀ। will enable proper monitoring of the availability of payment acceptance infrastructure। बेसिकली वही चीज है। ठीक है, तो टच पॉइंट्स तो पता लगता रहेगा भी केड़ा इंफ्रास्ट्रक्चर किथे यूज हो रहा है, पेमेंट्स किथे हो रही ने, वो चीज पता लग देती है। तो बेसिकली ये टेक्नोलॉजी एडवांस की गई है। हुण इस दे विच जिहड़ा हैगा क्वेश्चन कोई खास बनन दी प्रोबेबिलिटी है नहीं, क्योंकि देखो तुहानू मैं क्या होया जी, कुछ भी पढ़ रहे हो खत्म उन्होंने उदों करना है जदों तुहानू पता लग गया उस तो तुहानू क्वेश्चन की करना। तो जिवें मान लो कोई न्यूज़ पढ़ी, उस तो बाद इस देखो जे तुहानू मान लो तुहाडे कोल डाटा है, तुसी टीचर हो, तुसी एक पेपर बनाना है, तुसी इस क्वेश्चन की पाओगे,
क्वेश्चन भी पाओगे इस चो कि केड़ी टेक्नोलॉजी अपग्रेड ਕੀਤੀ ਹੈ ਵੈਰੀ ਗੁੱਡ ਇਹ ਵੀ ਪਾ ਸਕਦੇ ਆ ਠੀਕ ਹੈ ਜਾਂ ਜੀਓ ਟੈਗਿੰਗ ਦਾ ਕੀ ਮਤਲਬ ਹੁੰਦਾ ਹੈ ਇਹ ਕੁਐਸਚਨ ਆ ਸਕਦਾ ਹੈ ਠੀਕ ਹੈ ਨਾ ਜੇ ਕੁਐਸਚਨ ਆ ਸਕਦਾ ਤਾਂ ਇਸ ਤਰ੍ਹਾਂ ਦਾ ਹੀ ਆ ਸਕਦਾ ਹੈ Paytm a digital payment company announced that it has expanded its partnership with the Indian Railways catering this to provide consumers with digital ਇਹ ਤਾਂ ਤੁਸੀਂ ਪੜ੍ਹੇ ਹੀ ਹੋਗਾ ਇਹ ਤਾਂ ਬਹੁਤ ਪੁਰਾਣੀ ਨਿਊਜ਼ ਹੈ ਨਵੀਂ ਨਿਊਜ਼ ਹੈ ਇੱਥੇ ਇਹ ਸਰ ਤਾਂ ਰੀਸੈਂਟਲੀ ਜਿਹੜਾ ਹੈਗਾ Paytm ਨੇ ਇਹ ਕੀਤਾ ਅਨਾਉਂਸ ਓਕੇ ऑटोमेटिक टिकट वेंडिंग लिखा हुआ है ना सर विद डिजिटल टिकटिंग सर्विस ऑटोमेटिक टिकट वेंडिंग मशीन ਕੁੱਲ ਮਿਲਾ ਕੇ ਇਹ ਹੈਗਾ ਕਿ ਜਿਵੇਂ ਆਪਣੇ ਏਟੀਐਮਸ ਹੁੰਦੇ ਨੇ ਨਾ ਉਵੇਂ ਰੇਲਵੇ ਸਟੇਸ਼ਨ ਦੇ ਉੱਤੇ Paytm ਬੈਂਕ ਦੇ ਲੱਗੇ ਹੋਣਗੇ ਤੁਸੀਂ ਕੀ ਕਰੋਗੇ ਉੱਥੇ ਜਾਓਗੇ ਪਾਓਗੇ ਆਪਣਾ ਕਾਰਡ ਤੁਹਾਨੂੰ ਟਿਕਟ ਬਾਹਰ ਮਿਲ ਉਹ ਚੀਜ਼ ਹੈ ਬੇਸਿਕਲੀ ਵੀ ਬੰਦਿਆਂ ਦੀ ਲੋੜ ਨਹੀਂ ਉੱਥੇ ਜਿਹੜਾ ਹੈਗਾ ਵੈਸੇ ਵੀ ਹੁੰਦੀ ਹੀ ਨਹੀਂ ਉਹ ਚੀਜ਼ ਹੁਣ ਜਿਹੜਾ ਹੈਗਾ Paytm ਪੇਮੈਂਟ ਬੈਂਕ ਨੇ ਕਿਹਾ ਜਿਹੜੀ ਇਹ ਕੰਪਨੀ ਹੈਗੀ ਹੈ ਇਹ ਜਿਹੜਾ ਹੈਗਾ ਆਪਣੇ ਲਾਂਚ ਕਰੇਗੀ ਲਾਏਗੀ ਉੱਥੇ ਏਟੀਐਮ ਦੀ ਤਰ੍ਹਾਂ ਮਸ਼ੀਨਾਂ ਲਾਏਗੀ ਰੇਲਵੇ ਸਟੇਸ਼ਨ ਤੇ ਤਾਂ ਤੁਸੀਂ ਉੱਥੇ ਜਾਓਗੇ ਕਾਰਡ ਪਾਓਗੇ ਤਾਂ ਤੁਹਾਨੂੰ ਜਿਹੜਾ ਟਿਕਟ ਮਿਲ ਜੂਗੀ फिर सर ये अनएम्प्लॉयमेंट नहीं इंक्रीज होगी ਦੇਖੋ ਹੁੰਦਾ ਤਾਂ ਬਹੁਤ ਕੁਝ ਹੈ ਉਹਦਾ ਆਪਾਂ ਕਹਿੰਦੇ ਹਾਂ ਟੈਕਨੋਲੋਜੀ ਨਾਲ ਜਿਹੜਾ ਹੈਗਾ ਐਡਵਾਂਸਮੈਂਟ ਜੇ ਹੋ ਰਹੀ ਹੈ ਤਾਂ ਅਨਇੰਪਲੋਇਮੈਂਟ ਤਾਂ ਵੱਧ ਰਹੀ ਹੈ ਠੀਕ ਹੈ ਨਾ ਪਰ ਇੰਪਲੋਇਮੈਂਟ ਵੀ ਵੱਧ ਰਹੀ ਹੈ ਤੁਹਾਡੀ ਸੋਚ ਤੇ ਹੈ ਨਾ ਹੁਣ ਮੰਨ ਲਓ ਇੱਕ ਬੰਦਾ ਜਾ ਰਿਹਾ ਠੀਕ ਹੈ ਕੋਈ ਮੈਨੇਜਰ ਹੈ ਜਾਂ ਕੋਈ ਬੰਦਾ ਹੈਗਾ ਜਦੋਂ ਬੰਦਾ ਰੇਲਵੇ ਸਟੇਸ਼ਨ ਤੇ ਗਿਆ ਉਹਦਾ ਕਿੰਨਾ ਟਾਈਮ ਸੇਵ ਹੋ ਗਿਆ ਉਹੀ ਟਾਈਮ ਜਿਹੜਾ ਹੈਗਾ ਉਹ ਆਪਣੀ ਕੰਪਨੀ ਤੇ ਲਾਏਗਾ ਕੰਪਨੀ ਦੀ ਐਡਵਾਂਸਮੈਂਟ ਹੋਏਗੀ ਉੱਥੇ ਬੰਦੇ ਨੂੰ ਇੰਪਲੋਇਮੈਂਟ ਦੇਗਾ ਇਹ ਤਾਂ ਤੁਹਾਡੀ ਸੋਚ ਹੈ ਮਸ਼ੀਨ ਦੇ ਅੱਗੇ ਇੱਕ ਪਾਸੋਂ ਇੰਪਲੋਇਮੈਂਟ ਘਟ ਰਹੀ ਹੈ ਦੂਜੇ ਪਾਸੋਂ ਵੱਧ ਵੀ ਰਹੀ ਹੈ ਉਹੀ ਨਾ ਸਰ ਮਸ਼ੀਨ ਦੇ ਅੱਗੇ ਇੱਕ ਬੰਦਾ ਜਾਂ ਸਭ ਨੂੰ ਚਲਾਣੀ ਦੱਸਦੀ ਹੈ ਹੁਣ ਇਹ ਵੀ ਚੀਜ਼ ਹੈ ਮਸ਼ੀਨ ਵਾਸਤੇ ਇੱਕ ਜਿਹੜਾ ਬੰਦਾ ਹੈ ਸਪੈਸ਼ਲ ਗਾਰਡ ਲੱਗਦਾ ਹੁੰਦਾ ਉੱਥੇ ਗਾਰਡ ਐਮਪਲੋਏ ਹੋ ਗਿਆ ਠੀਕ ਹੈ ਨਾ ਚਲੋ ਨਿਊ ਡਿਵੈਲਪਮੈਂਟ ਬੈਂਕ will become the first multilateral agency to open an office in the Gujarat International Finance Tech City GIFT ਤਾਂ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਸਿਰਫ ਪਹਿਲੀ ਗੱਲ ਤਾਂ ਗਿਫਟ ਸਿਟੀ ਜਿਹੜੀ ਹੈਗੀ ਹੈ ਉਹ ਅਹਿਮਦਾਬਾਦ ਹੀ ਹੈ ਗੁਜਰਾਤ ਦੇ ਵਿੱਚ ਹੈ ਠੀਕ ਹੈ ਗਿਫਟ ਸਿਟੀ ਕੁਝ ਨਹੀਂ ਹੈ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਮਤਲਬ ਉੱਥੇ ਟ੍ਰਾਂਜੈਕਸ਼ਨਸ ਜਾਂ ਡੀਲਿੰਗਸ ਜਾਂ ਆਫਿਸਿਸ ਇਸ ਤਰ੍ਹਾਂ ਦੇ ਹੈਗੇ ਨੇ ਇਨ ਟਰਮਸ ਆਫ ਫਾਈਨੈਂਸ ਜਿਹੜੇ ਕਿ ਵਰਲਡ ਲੈਵਲ ਤੇ ਡੀਲ ਕਰ ਰਹੇ ਨੇ ਮੰਨ ਲਓ ਪਟਿਆਲਾ ਦੇ ਵਿੱਚ ਕੋਈ ਆਫਿਸ ਹੈਗੇ ਨੇ ਜਿਵੇਂ ਮੰਨ ਲਓ ਉਰੇ ਹੈਡ ਆਫਿਸ ਹੈਗਾ PSPCL ਦਾ ਉਹ ਪੂਰੇ ਪੰਜਾਬ 'ਚ ਡੀਲ ਕਰ ਰਿਹਾ ਠੀਕ ਹੈ ਉਵੇਂ ਗੁਜਰਾਤ ਦੇ ਵਿੱਚ ਫਾਈਨੈਂਸ ਨੂੰ ਲੈ ਕੇ ਇਸ ਤਰ੍ਹਾਂ ਦੇ ਆਫਿਸਿਸ ਬਣੇ ਹੋਏ ਨੇ ਇਸ ਤਰ੍ਹਾਂ ਦੀਆਂ ਬ੍ਰਾਂਚਿਸ ਬਣੀਆਂ ਹੋਈਆਂ ਜਿਹੜੀਆਂ ਵਰਲਡ ਲੈਵਲ ਤੇ ਡੀਲ ਕਰ ਰਹੀਆਂ ਨੇ ਤਾਂ ਜਿਹੜਾ ਹੈਗਾ ਇੱਥੇ ਨਾਮ ਲਿਖਿਆ ਹੋਇਆ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ ਸਿਟੀ ਠੀਕ ਹੈ ਜੀ ਅਹਿਮਦਾਬਾਦ ਦੇ ਵਿੱਚ ਹੈਗਾ ਹੁਣ ਉਸ ਦੇ ਵਿੱਚ ਨਿਊ ਡਿਵੈਲਪਮੈਂਟ ਬੈਂਕ ਜਿਹੜਾ ਆਪਾਂ ਪੜ੍ਹਦੇ ਆ ਨਿਊ ਡਿਵੈਲਪਮੈਂਟ ਬੈਂਕ ਮੈਨੂੰ ਉਮੀਦ ਹੈ ਤੁਸੀਂ ਪੜ੍ਹੇ ਹੋਗੇ ਜਿਵੇਂ ADB ਪੜ੍ਹਦੇ ਆ ਏਸ਼ੀਅਨ ਡਿਵੈਲਪਮੈਂਟ ਬੈਂਕ ਉਵੇਂ ਇੱਕ ਨਿਊ ਡਿਵੈਲਪਮੈਂਟ ਬੈਂਕ ਵੀ ਹੈਗਾ ਤਾਂ ਇਹ ਵੀ ਬੇਸਿਕ ਲੈਕਚਰਸ ਆਉਂਦਾ ਉਹ ਪਹਿਲਾ ਬੈਂਕ ਬਣਿਆ ਜਿਹਨੇ ਕਿ ਆਪਣਾ become the first multilateral agency to open an office ਮਤਲਬ ਨਿਊ ਡਿਵੈਲਪਮੈਂਟ ਬੈਂਕ ਦਾ ਜਿਹੜਾ ਕਿ ਇੱਕ ਏਸ਼ੀਆ ਲੈਵਲ ਦੇ ਉੱਤੇ ਅੱਛਾ ਬੈਂਕ ਹੈਗਾ ਉਹਦਾ ਇੱਕ ਆਫਿਸ ਜਾਂ ਕਹਿ ਲਓ ਉਹਦੀ ਇੱਕ ਬ੍ਰਾਂਚ ਇੱਥੇ ਓਪਨ ਹੋਈ ਠੀਕ ਹੈ ਤਾਂ ਇਹ ਕਾਫੀ ਇੰਪੋਰਟੈਂਟ ਨਿਊਜ਼ ਹੈ ਕਾਫੀ ਇੰਪੋਰਟੈਂਟ ਨਿਊਜ਼ ਹੈ ਵੀ ਨਿਊ ਡਿਵੈਲਪਮੈਂਟ ਬੈਂਕ ਆਪਣੀ ਬ੍ਰਾਂਚ ਓਪਨ ਕਰ ਰਿਹਾ ਹੈ ਆਪਣਾ ਆਫਿਸ ਓਪਨ ਕਰ ਰਿਹਾ ਹੈ ਗਿਫਟ ਸਿਟੀ ਦੇ ਵਿੱਚ ਗੁਜਰਾਤ ਦੇ ਵਿੱਚ ਅਹਿਮਦਾਬਾਦ ਦੇ ਵਿੱਚ The International Olympic Committee has stripped Russian President Vladimir Putin of the Olympic Order Award in response to the invasion of Ukraine. ਤਾਂ ਇਹ ਤਾਂ ਕਾਫੀ ਕੁਝ ਚੱਲ ਹੀ ਰਿਹਾ ਠੀਕ ਹੈ ਤਾਂ ਇਹ ਚੀਜ਼ ਤਾਂ ਤੁਸੀਂ ਸਮਝਦੇ ਹੀ ਹੋ ਕਿਉਂ ਚੱਲ ਰਿਹਾ Russian invasion to Ukraine. Russian destroyed the largest plane in the world called Ukraine's Antonov 225 cargo plane. ਤਾਂ ਇਹ ਜਿਹੜਾ ਹੈਗਾ ਵਰਲਡ ਦਾ ਸਭ ਤੋਂ ਵੱਡਾ ਪਲੇਨ ਸੀਗਾ ਜੀ ਜਿਹੜਾ ਕਿ ਨਾਮ ਜਿਹਦਾ ਸੀਗਾ ਯੂਕਰੇਨ ਐਂਟੋਨੋਵ 225 ਕਾਰਗੋ ਪਲੇਨ ਤੇ ਰਸ਼ੀਆ ਨੇ ਉਹਨੂੰ ਤਬਾਹ ਕਰ ਦਿੱਤਾ ਮਰੀਆ ਵੀ ਕਹਿੰਦੇ ਸਰ ਕੀ ਕਹਿੰਦਾ ਮਰੀਆ ਨਾਮ ਮਰੀਆ MARRIA ਕੁਝ ਨਾਮ ਓਕੇ
China's second long March 8 rocket launch carrying a domestic record 22 satellites for a range of commercial Chinese space company। ਤਾਂ ਡੋਮੈਸਟਿਕ ਰਿਕਾਰਡ ਹੈਗਾ ਜੀ ਕਿ ਇੱਕ ਜਿਹੜਾ ਹੈਗਾ ਸੈਟੇਲਾਈਟ ਲਾਂਚ ਕੀਤੀ ਹੈ ਜਿਹਦਾ ਨਾਮ ਹੈਗਾ ਸੈਕਿੰਡ ਲੌਂਗ ਨਾਮ ਕੀ ਜੀ ਮਾਰਚ 8 ਰਾਕਟ, ਜਿਹੜਾ ਕਿ ਕਿੰਨੀਆਂ ਨੇ 22 ਸੈਟੇਲਾਈਟਸ ਨੂੰ ਲੈ ਕੇ ਜਾਏਗਾ। ਕੋਈ ਖਾਸ ਨਿਊਜ਼ ਨਹੀਂ ਹੈ, ਚਾਈਨਾ ਦੇ ਲੈਵਲ ਤੇ ਕਾਫੀ ਅੱਛੀ ਨਿਊਜ਼ ਹੈ, ਪਰ ਓਵਰਆਲ ਤੁਹਾਡੇ ਲਈ ਕੋਈ ਜ਼ਿਆਦਾ ਇੰਪੋਰਟੈਂਟ ਨਿਊਜ਼ ਨਹੀਂ ਹੈ ਕਿ ਚਾਈਨਾ ਨੇ ਡੋਮੈਸਟਿਕ ਲੈਵਲ ਦੇ ਉੱਤੇ ਰਾਕਟ ਲਾਂਚ ਕੀਤਾ ਹੈ ਜਿਹੜਾ ਕਿ 22 ਸੈਟੇਲਾਈਟਸ ਨੂੰ ਲੈ ਕੇ ਜਾਏਗਾ। ਤਾਂ ਇਹਦੇ ਵਿੱਚ ਜੇ ਕੁਐਸਚਨ ਆ ਸਕਦਾ ਮਾਰਚ 8 ਰਾਕਟ ਲਾਂਚਡ ਬਾਈ ਵਿਚ ਕੰਟਰੀ, ਜਾਂ ਕੁਐਸਚਨ ਆ ਸਕਦਾ ਵੀ ਕਿੰਨੀਆਂ ਸੈਟੇਲਾਈਟਸ 22। Canada, US and their European allies have come to a conclusion to remove the key Russian banks from the interbank messaging system of SWIFT। ਤਾਂ ਇਹ ਚੀਜ਼ ਤੁਹਾਨੂੰ ਪਤਾ ਹੈ ਕੀ ਚੀਜ਼ ਹੈ SWIFT? ਨਾਮ ਤੋਂ ਕਲੀਅਰ ਹੋ ਗਿਆ ਤੁਹਾਨੂੰ ਵੈਸੇ, ਸੋਸਾਇਟੀ ਫॉर ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ। ਤਾਂ ਇਹ ਕੀ ਮਤਲਬ ਹੈ ਜਿਹੜਾ ਟ੍ਰਾਂਜੈਕਸ਼ਨਾਂ ਕਰਦੇ ਜਿਹੜੇ ਮਤਲਬ ਮੇਰੇ ਨਾਲ ਹੋਈ ਹੈ, ਤਾਂ ਉਹੀ ਚੀਜ਼ ਹੈ ਜੀ ਟੂ ਰਿਮੂਵ ਰਸ਼ੀਅਨ ਬੈਂਕਸ ਫਰੋਮ ਦਾ। ਦੇਖੋ ਇਹ ਕੀ ਹੈਗਾ, ਜਿਵੇਂ RBI ਹੈ, RBI ਜਿਹੜਾ ਹੈਗਾ ਪੂਰੇ ਇੰਡੀਆ ਦੇ ਵਿੱਚ ਜਿਹੜੇ ਬੈਂਕਸ ਨੇ ਉਹਨਾਂ ਦੇ ਵਿੱਚ ਤਾਲਮੇਲ ਬਣਾ ਕੇ ਰੱਖਦਾ ਹੈ। ਕਿਸੇ ਵੀ ਇੱਕ ਬੈਂਕ ਨੇ ਦੂਜੇ ਮੈਸੇਜ ਕੋਈ ਬੈਂਕ ਤੱਕ ਇਨਫੋਰਮੇਸ਼ਨ ਭੇਜਣੀ ਹੈ, ਕੋਈ ਮੈਸੇਜ ਭੇਜਣਾ, ਕੁਝ ਵੀ ਭੇਜਣਾ ਹੈ, ਤਾਂ ਉਹ ਸਾਰਾ ਕੰਮ ਹੈਗਾ RBI ਦਾ। ਹੁਣ ਉਵੇਂ ਵਰਲਡ ਲੈਵਲ ਤੇ ਵੀ ਤਾਂ ਕੋਈ ਬੰਦਾ ਹੋਣਾ ਚਾਹੀਦਾ, ਠੀਕ ਹੈ ਨਾ, ਵੀ ਸਾਰੇ ਵਰਲਡ ਦੇ ਵਿੱਚ ਜਿਹੜੇ ਬੈਂਕ ਨੇ ਉਹਨਾਂ ਦਾ ਆਪਸ ਵਿੱਚ ਤਾਲਮੇਲ ਬਣਿਆ ਰਹੇ। ਤਾਂ ਉਹ ਕੰਮ ਕੌਣ ਕਰਦਾ ਹੈ? ਉਹ ਕਰਦਾ SWIFT। ਉਹ ਕੰਮ ਹੈਗਾ SWIFT ਦਾ, ਸੋਸਾਇਟੀ ਫॉर ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ। ਹੁਣ ਇਹਦੇ ਵਿੱਚੋਂ ਕਿਹਨੂੰ ਰਿਮੂਵ ਕਰਤਾ? ਰਸ਼ੀਅਨ ਬੈਂਕਸ ਨੂੰ। ਵੀ ਜਿਹੜੇ ਰਸ਼ੀਅਨ ਬੈਂਕਸ ਨੇ ਉਹਨਾਂ ਨੂੰ ਸਿਸਟਮ ਦੇ ਵਿੱਚੋਂ ਕੱਢਤਾ। ਨਿਊਜ਼ ਇਹ ਹੈਗੀ ਹੈ, ਠੀਕ ਹੈ ਜੀ, ਕਲੀਅਰ ਹੈ ਚੀਜ਼? ਤਾਂ ਉਹਨਾਂ ਨੇ ਜਿਹੜਾ ਹੈਗਾ ਕੱਢਤਾ। ਉਹ ਕਿਉਂ ਕੱਢਤਾ ਉਹ ਤੁਹਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਹੈਗਾ ਜੀ ਇਹ ਚੀਜ਼, ਠੀਕ ਹੈ ਜੀ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਇਹ ਆਪਾਂ ਸਾਰੇ ਜਲਦੀ ਤੋਂ ਜਲਦੀ ਕਵਰ ਕਰਾਂਗੇ। ਤਾਂ ਲਾਸਟ ਦੇ ਵਿੱਚ ਵੀ ਮੈਂ ਇਹ ਕਹਾਂਗਾ ਕਿ ਵਨ ਲਾਈਨਰਸ ਜਿਹੜੇ ਹੈਗੇ ਨੇ ਤੁਹਾਨੂੰ ਪੜ੍ਹਨੇ ਪੈਣਗੇ, ਚਾਹੇ ਤੁਸੀਂ ਨੈਬ ਤਹਿਸੀਲਦਾਰ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਚਾਹੇ ਤੁਸੀਂ PSSB ਦੇ ਜਿਹੜੇ ਮਰਜ਼ੀ ਪੇਪਰ ਦੀ ਤਿਆਰੀ ਕਰਦੇ ਹੋ। ਥੈਂਕ ਯੂ।